ਤੋਂ ਵੱਡੀ ਖਬਰ ਜਿਹਨੇ ਪੋਲੀਟੀਕਲ ਹਲਚਲ ਬੜੇ ਚਿਰ ਤੋਂ ਅਮਰੀਕਾ ਦੇ ਵਿੱਚ ਮਚਾਈ ਹੋਈ ਆ, ਐਪਸਟੀਨ ਫਾਈਲਸ ਨੂੰ ਜਿਹੜਾ ਉਹ ਲੈ ਕੇ ਇਵੈਂਚੁਅਲੀ ਡਿਪਾਰਟਮੈਂਟ ਆਫ ਜਸਟਿਸ ਨੇ ਅੱਜ ਦੂਜਾ ਬੈਚ ਐਪਸਟੀਨ ਫਾਈਲਸ ਦਾ, ਜਿਸ ਦੇ ਵਿੱਚ ਹਜ਼ਾਰਾਂ ਹੀ ਡਾਕੂਮੈਂਟ ਸੀ, ਉਹਨਾਂ ਨੂੰ ਜਨਤਕ ਕਰ ਦਿੱਤਾ। ਇਸ ਨਾਲ ਜਨਤਕ ਕੀਤੇ ਦਸਤਾਵੇਜ਼ਾਂ ਦੇ ਵਿੱਚ ਮੌਜੂਦਾ ਰਾਸ਼ਟਰਪਤੀ ਟਰੰਪ ਹੋਣਾ ਦੇ ਬਹੁਤ ਸਾਰੀ ਥਾਵਾਂ ਦੇ ਉੱਤੇ ਨਾਮ ਲਿਖਿਆ ਆ। ਇੱਕ ਥਾਂ ਦੇ ਉੱਤੇ ਜਿਸ ਦੇ ਵਿੱਚ ਸਭ ਤੋਂ ਸੰਗੀਨ ਗੱਲ ਹੈ, ਉਹਨਾਂ ਦੇ ਉੱਤੇ ਰੇਪ ਦਾ ਦੋਸ਼ ਵੀ ਇੱਕ ਵਿਕਟਮ ਦੇ ਦੁਆਰਾ ਲਗਾਇਆ ਗਿਆ ਆ, ਜਿਸ ਨੇ ਇਵੈਂਚੁਅਲੀ ਕਹਿੰਦੇ ਵੀ ਉਸ ਪੀੜਤ ਕੁੜੀ ਨੇ ਬਾਅਦ ਦੇ ਵਿੱਚ ਸੁਸਾਈਡ ਕਰ ਲਿਆ ਸੀ। ਲਿਮੋਜ਼ੀਨ ਦੀ ਜਿਹੜੀ ਇੱਕ ਵਾਰਤਾਲਾਪ ਆ, ਉਸ ਦੇ ਵਿੱਚ ਉਹ ਆਈ ਆ, ਜਿਸ ਵਿੱਚ ਉਹ ਕੁੜੀ ਦਾਅਵਾ ਕਰ ਰਹੀ ਆ ਵੀ ਮੈਨੂੰ ਡੋਨਲਡ ਜੇ ਟਰੰਪ ਤੇ ਜੈਫਰੀ ਐਪਸਟੀਨ ਦੋਨਾਂ ਦੇ ਦੁਆਰਾ ਰੇਪ ਕੀਤਾ ਗਿਆ, ਬਲਾਤਕਾਰ ਕੀਤਾ ਗਿਆ ਆ। ਜਸਟਿਸ ਡਿਪਾਰਟਮੈਂਟ ਨੇ ਇਹ ਦਸਤਾਵੇਜ਼ ਜਾਰੀ ਕਰਦੇ ਹੋਏ ਨਾਲ ਇਹ ਕਿਹਾ ਵੀ ਇਹ ਟਰੂ ਤੇ ਸੈਂਸੇਸ਼ਨਲਿਸਟ ਕਲੇਮ ਹੈਗੇ ਆ ਟਰੰਪ ਹੋਣਾ ਦੇ ਉਲਟ। ਸੋ ਬੇਸਿਕਲੀ ਉਹਨਾਂ ਦੇ ਬਚਾਅ ਦੇ ਵਿੱਚ ਨਾਲ ਹੀ ਡਿਪਾਰਟਮੈਂਟ ਆਫ ਜਸਟਿਸ ਦਸਤਾਵੇਜ਼ ਜਨਤਕ ਕਰਨ ਦੇ ਨਾਲ ਹੀ ਉਹਨਾਂ ਦੇ ਨਾਲ ਜਿਹੜੀ ਉਹ ਖੜ ਗਈ। ਸੋ ਜਿੱਦਾਂ ਕੱਲ ਵੀ ਆਪਾਂ ਚਰਚਾਵਾਂ ਕਰ ਰਹੇ ਸੀਗੇ ਜਾਂ ਇਹਨਾਂ ਦੇ ਕ੍ਰਿਟਿਕ ਜਾਂ ਜਿਹੜੇ ਕਈ ਪਾਸਿਓਂ ਜਿਹੜੇ ਆਰਗੂਮੈਂਟਸ ਸਾਹਮਣੇ ਆ ਰਹੇ ਆ ਵੀ ਟਰੰਪ ਹੁਣਾਂ ਨੂੰ ਬਚਾਉਣ ਖਾਤਰ, ਉਹਨਾਂ ਨੂੰ ਕਵਰ ਅਪ ਕਰਨ ਖਾਤਰ, ਉਹਨਾਂ ਨੂੰ ਬਚਾਉਣ ਲਈ ਜਿਹੜੀ ਜੀ ਤੋੜ ਜਿਹੜੀ ਕਹਿ ਲਓ ਵੀ ਮਿਹਨਤ ਉਹ ਕੀਤੀ ਜਾ ਰਹੀ ਆ ਇਸ ਟਾਈਮ ਸਰਕਾਰੀ ਸੰਸਥਾਵਾਂ ਦੇ ਦੁਆਰਾ। ਕਾਨੂੰਨ ਦੀ ਆਪ ਉਲੰਘਣਾ ਕਰਦੇ ਹੋਏ ਇਹ ਜਿਹੜੇ ਡਾਕੂਮੈਂਟਸ ਉਹਨਾਂ ਨੇ ਮਿੱਥੇ ਹੋਏ ਸਮੇਂ ਤੋਂ ਕਈ ਦਿਨ ਬਾਅਦ ਜਨਤਕ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਕੀਤੇ ਗਏ ਹੈਗੇ ਆ। ਕੈਪੀਟਲ ਹਿੱਲ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਦੁਆਰਾ ਇਹਦਾ ਕ੍ਰਿਟਿਸਾਈਜ਼ ਡਿਪਾਰਟਮੈਂਟ ਆਫ ਜਸਟਿਸ ਦਾ ਕੀਤਾ ਗਿਆ। ਕੱਲ ਤਾਂ ਕੰਟੈਂਪਟ ਦੀ ਵੀ ਜਿਹੜੀ ਧਮਕੀ ਆ ਉਹ ਦੇ ਦਿੱਤੀ ਗਈ ਸੀਗੀ ਵੀ ਕਿਉਂਕਿ ਉਹਨਾਂ ਨੇ ਕਾਂਗਰਸ ਦੀ ਗੱਲ ਨਹੀਂ ਜਿਹੜੀ ਉਹ ਮੰਨੀ ਸੀ। ਇਸ ਡਾਕੂਮੈਂਟ ਦੇ ਵਿੱਚ ਕਹਿੰਦੇ ਵੀ ਇੱਕ ਸਪੀਨਾ ਵੀ ਸ਼ੋਅ ਹੁੰਦਾ ਆ, ਜੋ ਕਿ ਮਾਰਾ-ਲਾਗੋ ਦੇ ਵਿੱਚ 2021 ਚ ਘੱਲਿਆ ਗਿਆ ਸੀ ਰੈਕਰਡਸ ਇਕੱਠੇ ਕਰਨ ਦੇ ਲਈ। ਮੈਕਸਵੈਲ ਦਾ ਜਿਹੜਾ ਕੇਸ ਜਦੋਂ ਸਰਕਾਰ ਦੇ ਦੁਆਰਾ ਉਸ ਦੇ ਉਲਟ ਜਿਹੜਾ ਕੇਸ ਲਿਆਂਦਾ ਗਿਆ ਸੀਗਾ। ਸੋ ਨਿਊਯਾਰਕ ਦੇ ਜਿਹੜੇ ਅਸਿਸਟੈਂਟ ਅਟਰਨੀ ਆ, ਉਹਨਾਂ ਦਾ ਵੀ ਇੱਕ ਨਾਮ ਆ, ਉਸਨੇ ਦੇ ਨੋਟਸ ਇਸ ਦੇ ਵਿੱਚ ਆਏ ਆ, ਜਿਹਦੇ ਵਿੱਚ ਕਹਿੰਦਾ ਵੀ ਨੰਬਰ ਆਫ ਟਾਈਮਸ ਟਰੰਪ ਹੋਣਾ ਨੇ ਐਪਸਟੀਨ ਦੇ ਉਸ ਜਹਾਜ਼ ਦੇ ਉੱਤੇ ਸਫ਼ਰ ਕੀਤਾ, ਜਿਹਦੇ ਵਿੱਚ ਇੱਕ ਫਲਾਈਟ ਦੇ ਵਿੱਚ ਕਹਿੰਦੇ ਵੀ ਇਹ ਇਨਕਲੂਡਡ ਸੀਗਾ ਵੀ ਟਰੰਪ ਤੇ ਐਪਸਟੀਨ ਸੀ, ਤੇ ਇੱਕ 20 ਸਾਲਾਂ ਦੀ ਇੱਕ ਕੁੜੀ ਉਹਨਾਂ ਦੇ ਨਾਲ ਸੀਗੀ। ਸੋ ਕਾਫੀ ਥਾਵਾਂ ਦੇ ਉੱਤੇ ਰਾਸ਼ਟਰਪਤੀ ਟਰੰਪ ਹੋਣਾ ਦਾ, ਮੌਜੂਦਾ ਰਾਸ਼ਟਰਪਤੀ ਦਾ, ਉਹਨਾਂ ਦਾ ਨਾਮ ਇਹਨਾਂ ਐਪਸਟੀਨ ਫਾਈਲਸ ਦੇ ਵਿੱਚ ਆਇਆ ਹੈਗਾ ਆ। ਕਹਿੰਦੇ ਵੀ ਇਹ ਜਿਹੜੇ ਦਸਤਾਵੇਜ਼ ਆ ਕਈ ਘੰਟਿਆਂ ਤੱਕ ਮੰਡੇ ਆਫਟਰਨੂਨ ਤੇ ਈਵਨਿੰਗ ਨੂੰ ਜਸਟਿਸ ਡਿਪਾਰਟਮੈਂਟ ਦੀ ਵੈਬਸਾਈਟ ਦੇ ਉੱਤੇ ਰਹੇ, ਪਰ ਸ਼ਾਮੀ 8 ਵਜੇ ਫਿਰ ਉਹਨਾਂ ਨੂੰ ਲਾਹ ਲਿਆ ਗਿਆ। ਜਨਤਕ ਤੌਰ ਤੋਂ ਜੋ ਉਪਲਬਧ ਸੀਗੇ ਉਹਨਾਂ ਦੀ ਐਕਸੈਸ ਆ ਉਹ ਰੋਕ ਦਿੱਤੀ ਗਈ। ਵਾਸ਼ਿੰਗਟਨ ਪੋਸਟ ਨੇ ਕਿਹਾ ਵੀ ਅਸੀਂ ਸਾਰੇ ਦੇ ਸਾਰੇ ਜਿਹੜੇ ਫਾਈਲਸ ਜਦੋਂ ਐਕਸੈਸੀਬਲ ਸੀਗੀਆਂ ਉਹਨਾਂ ਨੂੰ ਡਾਊਨਲੋਡ ਕਰ ਲਿਆ ਆ। ਸੋ ਡਿਪਾਰਟਮੈਂਟ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਵੀ ਕੀ ਚੱਕਰ ਹੋਇਆ, ਜਾਂ ਉਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਵੀ ਜਨਤਕ ਕਰਕੇ ਤੁਸੀਂ ਦੁਬਾਰਾ ਉਹਨਾਂ ਨੂੰ ਉੱਥੋਂ ਲਾਹ ਕਿਉਂ ਦਿੱਤਾ ਗਿਆ। ਜਿੱਦਾਂ ਕੱਲ CBS ਦੀ ਸੀਕੌਟ ਦੇ ਬਾਬਤ ਰਿਪੋਰਟ ਜਿਹੜੀ ਸੀਗੀ 60 ਮਿੰਟ ਦੇ ਵਿੱਚ, ਉਸ ਨੂੰ ਰੋਕ ਦਿੱਤਾ ਗਿਆ। ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਆ ਵੀ ਉਹ ਵੀ ਵਾਈਟ ਹਾਊਸ ਦੇ ਦਬਾਅ ਹੇਠਾਂ ਕੀਤਾ ਆ, ਤੇ ਡਿਪਾਰਟਮੈਂਟ ਦੀ ਇਸ ਸਰਕਾਰੀ ਵੈਬਸਾਈਟ ਤੋਂ ਜੋ ਦਸਤਾਵੇਜ਼ ਲਾਹ ਦਿੱਤੇ ਗਏ ਆ ਉਸ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਸਾਹਮਣੇ ਆ। ਰਾਸ਼ਟਰਪਤੀ ਟਰੰਪ ਦੀ ਐਪਸਟੀਨ ਜਿਹੜਾ ਸੈਕਸ ਅਫੈਂਡਰ, ਕਨਵਿਕਟਡ ਸੈਕਸ ਅਫੈਂਡਰ ਆ, ਉਸ ਦੇ ਨਾਲ ਜਿਹੜੀ ਯਾਰੀ ਕਿਸੇ ਤੋਂ ਲੁਕੀ ਛਿਪੀ ਨਹੀਂ ਆ। ਜਿੱਦਾਂ ਹੋਰ ਵੱਖ-ਵੱਖ ਜਿਹੜੇ ਪਾਰਟੀਆਂ ਦੇ, ਜਿੱਦਾਂ ਸਾਬਕਾ ਰਾਸ਼ਟਰਪਤੀ ਕਲਿੰਟਨ ਹੁਣਾਂ ਦੀ ਯਾਰੀ, ਮਾਈਕਰੋਸਾਫਟ ਵਾਲਿਆਂ ਦੀ ਜਿਹੜੀ ਯਾਰੀ ਆ ਐਪਸਟੀਨ ਦੇ ਨਾਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈਗੀ। ਸੋ ਇਹ ਇਸ ਟਾਈਮ ਮੌਜੂਦਾ ਰਾਸ਼ਟਰਪਤੀ ਦੀਆਂ, ਕਿਸੇ ਵੀ ਰਾਸ਼ਟਰਪਤੀ ਦੇ ਦੌਰ ਦਾ ਕਹਿ ਸਕਦੇ ਵੀ ਸਭ ਤੋਂ ਵੱਡਾ ਜਿਹੜਾ ਸਕੈਂਡਲ ਆ ਉਹ ਚੱਲ ਰਿਹਾ ਆ। ਪਰ ਲੋਕਾਂ ਦੇ ਤੇ ਜਿਹੜੇ ਇਸ ਟਾਈਮ ਐਡਮਿਨਿਸਟ੍ਰੇਸ਼ਨ ਆ, ਜਿਹੜੀ ਪਾਚਨ ਸ਼ਕਤੀ ਕਾਫੀ ਇਸ ਟਾਈਮ ਤਗੜੀ ਆ ਵੀ ਇਹ ਗੱਲਾਂ ਨੂੰ ਜਿਹੜਾ ਨਾਲ ਦੇ ਨਾਲ ਹਜਮ ਕਰ ਰਿਹਾ, ਪਰ ਇਸ ਟਾਈਮ ਇਹਨਾਂ ਚੀਜ਼ਾਂ ਦੇ ਕਰਕੇ ਜ਼ਰੂਰ ਤੱਤੇ ਪਾਣੀ ਦੇ ਵਿੱਚ ਫਸੇ ਹੋਏ ਨੇ। ਸੋ ਇਹ ਦੇਖਣਾ ਹੋਊਗਾ ਵੀ ਇਹਦਾ ਅਸਰ ਪੋਲੀਟੀਕਲੀ ਕੋਈ ਡੈਮੇਜ ਇਹਨਾਂ ਨੂੰ ਕਰ ਸਕੂਗਾ ਜਾਂ ਨਹੀਂ, ਜਾਂ ਲੋਕ ਇਹਨਾਂ ਦੇ ਅਸਤੀਫੇ ਦੀ ਮੰਗ ਕਰਦੇ ਆ, ਜਾਂ ਕੀ ਇਸ ਦੇ ਵਿੱਚ ਅਕਾਊਂਟੇਬਿਲਿਟੀ ਜਿਹੜੀ ਉਹ ਲਿਆਉਣ ਦੀ ਕੋਸ਼ਿਸ਼ ਜਿਹੜੀ ਹੋਊਗੀ। ਉੱਦਾਂ ਸੁਪਰੀਮ ਕੋਰਟ ਨੇ ਇਮਿਊਨਿਟੀ ਰਾਸ਼ਟਰਪਤੀ ਟਰੰਪ ਨੂੰ ਦਿੱਤੀ ਆ, ਪਰ ਉਸ ਚੀਜ਼ ਦੇ ਲਈ ਜਦੋਂ ਉਹ
ਅਧਿਕਾਰਤ ਤੌਰ ਦੇ ਉੱਤੇ ਰਾਸ਼ਟਰਪਤੀ ਆ ਉਹਨਾਂ ਕਾਰਜਾਂ ਦੇ ਲਈ, ਪਰ ਇਹ ਜਿਹੜੇ ਦੋਸ਼ ਆ ਇਹ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਦੇ ਜਿਹੜੇ ਦੋਸ਼ ਇਹਨਾਂ ਉੱਤੇ ਉਹ ਲੱਗ ਰਹੇ ਨੇ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਅੱਗੇ ਕੀ ਬਣਦਾ ਆ, ਪਰ ਨਵੇਂ ਜਿਹੜੇ ਦਸਤਾਵੇਜ਼ਾਂ ਦੇ ਵਿੱਚ ਟਰੰਪ ਹੋਣਾ ਦਾ ਨਾਮ ਕਾਫੀ ਵਾਰੀ ਇਸ ਦੇ ਵਿੱਚ ਆਇਆ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਜਦੋਂ ਬਿਲ ਕਲਿੰਟਨ ਉਹਨਾਂ ਦੀ ਪਿਕਚਰ ਬਾਰੇ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਮੈਂ ਇਹਦੇ ਨਾਲ ਕਾਫੀ ਅਪਸੈਟ ਹਾਂ, ਉਹ ਇਦਾਂ ਦੀਆਂ ਪਿਕਚਰਸ ਨਹੀਂ ਹੋਣੀਆਂ ਚਾਹੀਦੀਆਂ ਸੀਆਂ ਰਿਲੀਜ਼, ਪਰ ਇਹ ਡੈਮੋਕ੍ਰੇਟਸ ਨੇ ਜਿਹੜਾ ਆ ਇਹ ਸਾਰਾ ਮੁੱਦਾ ਚੱਕਿਆ ਹੈਗਾ, ਇਸ ਕਰਕੇ ਸਾਰੀਆਂ ਰਿਲੀਜ਼ ਹੋਈਆਂ। ਤੇ ਉਹਨਾਂ ਨੇ ਕਿਹਾ ਵੀ ਮੈਂ ਬਿਲ ਕਲਿੰਟਨ ਦੇ ਨਾਲ ਮੇਰੇ ਰਿਲੇਸ਼ਨ ਬਹੁਤ ਵਧੀਆ ਹੈਗੇ ਆ। ਪਰ ਜਿਹੜੇ ਨਵੇਂ 30,000 ਡਾਕੂਮੈਂਟਸ ਆਏ ਆ ਇਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਐਕਸਪੋਜ਼ ਹੋਏ ਆ, ਰਾਇਲ ਫੈਮਿਲੀ ਜੋ ਇੰਗਲੈਂਡ ਦੀ ਆ ਉਹਨਾਂ ਦੇ ਵੀ। ਲੈਰੀ ਸਮਰਜ਼ ਜੋ ਹਾਰਵਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਹੇ ਆ, ਉਹ ਤਾਂ ਰਿਜ਼ਾਈਨ ਕਰ ਗਏ ਸੀ ਆਪਣੀ ਸਾਰੀ ਪਬਲਿਕ ਲਾਈਫ ਦੇ ਵਿੱਚੋਂ। ਉਹਦੇ ਬਾਰੇ ਵੀ ਟਰੰਪ ਉਹਨਾਂ ਨੇ ਕਿਹਾ ਵੀ ਉਹ ਵਧੀਆ ਬੰਦਾ ਆ। ਟਰੰਪ ਨੇ ਆਪਣੇ ਬਾਰੇ ਇਹ ਕਿਹਾ ਵੀ ਮੈਂ ਸਨ 2000 ਤੋਂ ਬਾਅਦ ਕਦੇ ਵੀ ਜਿਹੜਾ ਐਪਸਟੀਨ ਆ ਉਹਦੇ ਨਾਲ ਨਹੀਂ ਮਿਲਿਆ, ਮੇਰੇ ਜਿਹੜੇ ਰਿਲੇਸ਼ਨ ਆ ਉਹਦੇ ਨਾਲ ਉਸ ਟਾਈਮ ਦੇ ਉੱਤੇ ਖਤਮ ਹੋ ਗਿਆ ਸੀ। ਸੋ ਪਰ ਇਹ ਇੱਕ ਸਕੈਂਡਲ ਕਾਫੀ ਵੱਡਾ ਬਣਿਆ ਹੋਇਆ ਹੈ ਇਸ ਟਾਈਮ ਦੇ ਉੱਤੇ। ਹਰ ਰੋਜ਼ ਨਵੇਂ ਲੋਕ ਜਿਹੜੇ ਆ ਉਹਨਾਂ ਦੇ ਨਾਮ ਜਿਹੜੇ ਆ ਰਹੇ ਹੈਗੇ ਆ, ਪੂਰੀ ਦੁਨੀਆ ਚੋਂ ਹੀ ਨਾਂ ਆ ਰਹੇ ਹੈਗੇ ਆ, ਵਰਲਡ ਚੋਂ ਕਿਹੜੇ ਲੋਕ ਇਨਵੋਲਵ ਸੀ। ਤੁਸੀਂ ਦੇਖੋ ਵੀ ਇੱਕ ਇਹ ਕਿੰਨਾ ਪਾਵਰਫੁਲ ਬੰਦਾ ਸੀ ਜਿਹਦੇ ਕੋਲ ਸਾਰੀ ਦੁਨੀਆ ਦੇ ਜਿਹੜੇ ਲੀਡਰ, ਟੌਪ ਦੇ ਲਾਇਰਸ, ਬੈਂਕਰਸ ਸਾਰੇ ਇਹਦੇ ਕੋਲ ਜਾਂਦੇ ਸੀਗੇ। ਬਿਲਕੁਲ ਹਰਜੋਤ ਸਿੰਘ ਜੀ, ਤਾਂ ਹੀ ਤਾਂ ਉਹਦੀ ਕਲਾਇੰਟ ਲਿਸਟ ਦੀ ਚਰਚਾ ਜਿਹੜੀ ਉਹ ਚੱਲਦੀ ਆ, ਕੱਢੋ ਉਹਦੀ, ਕਹਿੰਦੇ ਵੀ ਉਹ ਕੱਚਾ ਚਿੱਠਾ ਦੇਖੋ ਕੌਣ ਜਿਹੜੇ ਉਹ ਸੀਗੇ, ਕਿਉਂਕਿ ਦੁਨੀਆ ਦੇ ਬਹੁਤ ਤਾਕਤਵਰ ਬੰਦੇ ਇਹਦੇ ਵਿੱਚ ਸ਼ਾਮਲ ਨੇ ਤੇ ਉਹ ਐਸ ਵਾਰੀ ਜਿਹੜੇ ਆ ਉਹ ਚਚੇਰੇ ਮਸੌਰੇ ਜਿੰਨੇ ਵੀ ਭਰਾ ਆ ਨਾ, ਸਾਰੇ ਭਰਾ ਭੈਣ ਇਕੱਠੇ ਹੋ ਗਏ। ਉਹ ਕਹਿੰਦੇ ਵੀ ਯਾਰ ਆਪਣਾ ਤਾਂ ਕੰਮ ਖਰਾਬ ਹੋ ਜਾਊਗਾ, ਸਾਰੇ ਦੇ ਸਾਰੇ ਆਪਾਂ ਇਸ ਦੇ ਵਿੱਚ ਫਸ ਜਾਵਾਂਗੇ। ਸੋ ਸਾਰਿਆਂ ਨੇ ਬਗੈਰ ਕੁਝ ਕਹੇ ਸਹਿਮਤੀ ਜਿਹੜੀ ਉਹ ਬਣਾਈ ਹੋਈ ਆ ਵੀ ਇਸ ਖਬਰ ਨੂੰ, ਇਸ ਗੱਲ ਨੂੰ ਆਈ ਚਲਾਈ ਜਿਹੜੀ ਉਹ ਕਿੱਦਾਂ ਜਿਹੜੀ ਉਹ ਕੀਤੀ ਜਾਵੇ। ਐਪਸਟੀਨ ਨੇ ਕਿਸ ਤਰੀਕੇ ਦੇ ਨਾਲ ਕਥਿਤ ਤੌਰ ਦੇ ਉੱਤੇ ਸੁਸਾਈਡ ਕਰ ਲਿਆ ਜੇਲ੍ਹ ਦੇ ਵਿੱਚ, ਜਿਸ ਟਾਈਮ ਦੇ ਉੱਤੇ ਉਸਦਾ ਸੁਸਾਈਡ ਕਥਿਤ ਤੌਰ ਤੇ ਹੋਇਆ, ਉਹ ਕਹਿੰਦੇ ਆ ਵੀ ਉਹ ਫੁਟੇਜ ਜਿਹੜੀ ਉਹ ਗਾਇਬ ਹੋ ਗਈ ਆ। ਕੈਂਪੇਨ ਦੇ ਵਿੱਚ ਵੱਡੀਆਂ ਬੜਕਾਂ ਜਿਹੜੀਆਂ ਉਹ ਮਾਰੀਆਂ ਗਈਆਂ। ਆ ਜਿਹੜਾ ਡਿਪਟੀ ਡਾਇਰੈਕਟਰ ਆ ਹਰਜੋਤ ਸਿੰਘ ਜੀ FBI ਦਾ, ਡੌਨ ਬੈਂਜੀਨੋ, ਉਹ ਜਦੋਂ ਇੱਕ ਕਮੈਂਟੇਟਰ ਸੀਗਾ, ਉਹ ਸਰਕਾਰਾਂ ਦੇ ਤੇ ਦੁਆਲੇ ਇਦਾਂ ਪੈਂਦਾ ਸੀ। ਥੋੜੇ ਦਿਨ ਪਹਿਲਾਂ ਉਹਦਾ ਬਿਆਨ ਸੀਗਾ, ਉਹ ਅਸਤੀਫਾ ਦੇਣ ਜਾ ਰਿਹਾ ਹੈ ਅਗਲੇ ਮਹੀਨੇ। ਉਹ ਆਪਣੀ ਇਸ ਅਹੁਦੇ ਨੂੰ ਜਿਹੜਾ ਉਹ ਛੱਡ ਰਿਹਾ, ਕਹਿੰਦੇ ਵੀ ਬਾੜੀ ਜਿਹੜੀ ਉਹ ਬਣੀ ਨਹੀਂ, ਸ਼ਾਇਦ ਐਪਸਟੀਨ ਦੀ ਫਾਈਲਾਂ ਦਾ ਵੀ ਮਾਮਲਾ ਆ। ਜਦ ਉਸ ਨੂੰ ਇਸ ਦੇ ਬਾਬਤ ਪੁੱਛਿਆ ਗਿਆ ਵੀ ਪਹਿਲਾਂ ਤੂੰ ਇਦਾਂ ਕਹਿੰਦਾ ਸੀ, ਹੁਣ ਤੂੰ ਕਹਿੰਦਾ ਹੈ ਹੀ ਨਹੀਂ, ਕਹਿੰਦਾ ਜਦੋਂ ਮੈਂ ਛੱਡਿਆ, ਅਸਤੀਫਾ ਦਿੱਤਾ, ਉਸ ਤੋਂ ਬਾਅਦ ਫਿਰ ਗੱਲ ਕਰਾਂਗੇ, ਇਸ ਮੌਕੇ ਮੇਰਾ ਇਹ ਬਿਆਨ ਆ। ਸੋ ਉਹਨੇ ਫਿਰ ਦੁਬਾਰਾ ਇਸ ਗੱਲ ਨੂੰ ਜਿਹੜਾ ਮੈਨੂੰ ਲੱਗਦਾ ਉਹ ਆਪਣਾ ਰੋਜੀ ਰੋਟੀ ਵੀ ਚਲਾਉਣੀ ਹੈ, ਧੰਦਾ ਵੀ ਜਿਹੜਾ ਉਸਨੇ ਉਹ ਚਲਾਉਣਾ ਆ, ਜਿਸ ਤਰੀਕੇ ਦੇ ਨਾਲ ਉਹ ਕਮੈਂਟਰੀ ਜਿਹੜੀ ਉਹ ਕਰਦਾ ਹੁੰਦਾ ਸੀਗਾ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਬਣਦਾ ਆ। ਪਰ ਇਹ ਆ ਵੀ ਐਪਸਟੀਨ ਫਾਈਲਸ ਦਾ ਮਾਮਲਾ ਪੂਰੀ ਦੁਨੀਆ ਦੇ ਵਿੱਚ ਇਸਨੇ ਹਲਚਲ ਜਿਹੜੀ ਉਹ ਮਚਾਈ ਹੋਈ ਆ, ਪਰ ਇਹ ਕਿਤੇ ਪੈਨਾਮਾ ਪੇਪਰਸ ਵਾਂਗੂ ਕਿਤੇ ਆਈ ਚਲਾਈ ਗੱਲ ਹੀ ਨਾ ਬਣ ਜਾਵੇ। ਜਿਸ ਟਾਈਮ ਦੇ ਉੱਤੇ ਪੈਨਾਮਾ ਪੇਪਰ 'ਚ ਹਰਜੋਤ ਸਿੰਘ ਜੀ ਪਤਾ ਲੱਗਾ ਸੀ ਦੁਨੀਆ ਦੇ ਸੋ ਕਾਲਡ ਜਿਹੜੇ ਧਨਾੜ ਨੇ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣਾ ਜਿਹੜੀ ਮਾਇਆ ਆ, ਮਨੀ ਆ, ਉਹਨਾਂ ਨੂੰ ਉਹਨਾਂ ਸੇਫ ਹੇਵਨਸ ਦੇ ਵਿੱਚ ਰੱਖਿਆ ਸੀ ਜਿੱਥੇ ਟੈਕਸ ਨਹੀਂ ਲੱਗਦਾ ਸੀ, ਤੇ ਸਾਰੀ ਮਨੀ ਜਿਹੜੀ ਉੱਥੇ ਲੁਕਾ ਕੇ ਰੱਖੀ ਸੀ ਵੀ ਉਸ ਦੇ ਉੱਤੇ ਟੈਕਸ ਜਿਹੜਾ ਉਹ ਕਿਤੇ ਨਾ ਦੇਣਾ ਪੈ ਜਾਵੇ, ਜਾਂ ਕਿਸ ਤਰੀਕੇ ਦੀਆਂ ਜਿਹੜੀਆਂ ਧਾਂਦਲੀਆਂ ਆ ਉਹਨਾਂ ਨੇ ਉਸ ਬਾਬਤ ਕੀਤੀਆਂ ਹੈਗੀਆਂ। ਸੋ ਐਪਸਟੀਨ ਫਾਈਲਸ ਇਦਾਂ ਹੀ ਹੋ ਜੂਗੀ, ਜਾਂ ਇਸ ਦੇ ਕਰਕੇ ਵਾਕਿਆ ਹੀ ਕੋਈ ਅਸਰ ਪਊਗਾ ਪੋਲੀਟੀਕਲੀ, ਇਹ ਲੋਕ ਜਿਹੜੇ ਐਕਸਪੋਜ਼ ਹੋਏ ਆ, ਲੋਕਾਂ ਦੀਆਂ ਅੱਖਾਂ ਤੋਂ ਪਰਦਾ ਜਿਹੜਾ ਉਹ ਖੁੱਲੇਗਾ ਜਾਂ ਨਹੀਂ।